ਇਹ ਦੱਸੋ ਕਿ ਪੱਕੇ ਹੋਣਾ ਕਿਹੜੇ ਦੇਸ਼ ਵਿੱਚ ਸਭ ਤੋਂ ਵੱਧ ਸੌਖਾ ਹੈ? ਜਦੋਂ ਲੋਕ ਆਉਂਦੇ ਨੇ ਪ੍ਰਵਾਸ ਕਰਕੇ, ਬਾਰਡਰ ਕ੍ਰੋਸ ਕਰਕੇ ਜੀ, ਬਾਰਡਰ ਕ੍ਰੋਸਿੰਗ ਵਾਸਤੇ ਹੁਣ ਤੱਕ ਜਿਹੜੇ ਬਾਰਡਰ ਕ੍ਰੋਸ ਕਰਕੇ ਲੋਕ ਆਉਂਦੇ ਉਹਨਾਂ ਨੂੰ ਮੇਰੇ ਖਿਆਲ ਵਿੱਚ ਸਭ ਤੋਂ ਵੱਧ ਇਹ ਚੱਕੀ ਵਿੱਚ ਪੁੱਛਣਾ ਪੈਂਦਾ ਹੈ। ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਬਾਰਡਰ ਕਰ ਦੇਣੇ ਚਾਹੀਦੇ ਆ ਬੰਦ, ਇਹ ਤੇ ਬਾਰਡਰ ਸੀਲ ਕਰ ਦੇਣੇ ਚਾਹੀਦੇ ਆ। ਜਿਹੜੇ ਬੰਦੇ ਬਾਰਡਰ ਟੱਪ ਰਹੇ ਆ ਇਹ ਬਾਰਡਰ ਟੱਪਣੇ ਨਹੀਂ ਚਾਹੀਦੇ। ਪਰ ਉਹਦੀ ਜਿਹੜੀ ਕੀਮਤ ਆ, ਵੇਖੋ ਜਿਹੜੀ ਚੀਜ਼ ਦੀ ਵੈਲਿਊ ਜ਼ਿਆਦਾ ਵੱਡੀ ਹੋਊਗੀ ਨਾ, ਉਹਦੀ ਕੀਮਤ ਵੀ ਸਾਨੂੰ ਓਨੀ ਵੱਡੀ ਹੀ ਪੇ ਕਰਨੀ ਪਏਗੀ। ਜੀ ਬਿਲਕੁਲ। ਤੇ ਮੈਂ ਤੁਹਾਨੂੰ ਰੋਕਦਾ ਇਹ ਗੱਲ ਕਰਾਂ ਕਿ ਜਦੋਂ ਜਿਹੜੇ ਆਪਾਂ ਕਿਸੇ ਪਾਰਟੀ ਦਾ ਨਾਂ ਲੈਣਾ, ਪਰ ਇੱਕ ਪਾਰਟੀ ਕਹਿ ਦਿੰਦੀ ਹੈ ਕਿ ਮੈਂ ਜਦੋਂ ਆਇਆ ਤਾਂ ਮੈਂ ਸਾਰੇ ਕੱਢ ਦੇਣੇ ਨੇ ਜੀ, ਇੱਕ ਪਾਰਟੀ ਕਹਿ ਦਿੰਦੀ ਹੈ ਕਿ ਅਸੀਂ ਜਦੋਂ ਆਏ ਅਸੀਂ ਸਾਰੇ ਪੱਕੇ ਕਰ ਦੇਣੇ। ਬਿਲਕੁਲ। ਇਹ ਲੰਬੇ ਸਮੇਂ ਤੋਂ ਇਹ ਚੀਜ਼ ਚੱਲ ਰਹੀ ਕਿ ਸਿਰਫ ਇਹ ਸਿਆਸੀ ਰੋਟੀਆਂ ਹੀ ਸਿੱਕੇ ਜਿਹੜੇ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੈਗਾ। ਜੋ ਪੰਜਾਬੀ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਸੋ ਅੱਜ ਮੇਰੇ ਨਾਲ ਹੈ ਜਗਦੀਸ਼ ਸਿੰਘ ਤੇ ਅੱਜ ਦਾ ਮੁੱਦਾ ਹੈ ਪ੍ਰਵਾਸ, ਇਮੀਗ੍ਰੇਸ਼ਨ। ਤੇ ਪਹਿਲਾ ਸਵਾਲ ਜਗਦੀਸ਼ ਸਿੰਘ ਜੀ ਇਹ ਹੈ ਕਿ ਇਹ ਦੱਸੋ ਕਿ ਪੱਕੇ ਹੋਣਾ ਕਿਹੜੇ ਦੇਸ਼ ਵਿੱਚ ਸਭ ਤੋਂ ਵੱਧ ਸੌਖਾ ਆ? ਸਭ ਤੋਂ ਵੱਧ ਸੌਖਾ ਆ? ਹਾਂਜੀ। ਸੋ ਗੁਰਜੀਤ ਸਿੰਘ ਜੀ, ਸਭ ਤੋਂ ਵੱਧ ਸੌਖਾ ਹੋਣਾ ਇਸ ਟਾਈਮ ਤੇ ਜੇ ਅਸੀਂ ਕਹੀਏ ਕਿ ਜਿਹੜੇ ਖਾਸ ਕਰਕੇ ਪੰਜਾਬੀਆਂ ਦੇ ਪਸੰਦੀਦਾ ਦੇਸ਼ ਨੇ ਉਹਨਾਂ ਵਿੱਚੋਂ ਤੇ ਮੈਂ ਕੈਨੇਡਾ ਹੀ ਕਵਾਂਗਾ ਜੀ। ਤੇ ਉਹਦੇ ਕਾਰਨ ਵੀ ਕੁਝ ਇਸ ਤਰ੍ਹਾਂ ਨੇ ਕਿਉਂਕਿ ਕੈਨੇਡਾ ਨੇ ਪਿਛਲੇ 10-12 ਸਾਲਾਂ ਤੋਂ ਜਿਵੇਂ ਕਹਿ ਸਕਦੇ ਹਾਂ ਕਿ ਸਟੂਡੈਂਟ ਵੀਜ਼ਾ ਤੇ ਇਮੀਗ੍ਰੇਸ਼ਨ ਜਿਹੜੀ ਆ ਐਜ਼ ਅ ਪਰਮਾਨੈਂਟ ਰੈਜ਼ੀਡੈਂਟ ਸਿੱਧਾ ਹੀ ਆਉਣਾ, ਇਹ ਚੀਜ਼ ਦੇ ਵਿੱਚ ਬਹੁਤ ਜਿਵੇਂ ਵਾਧਾ ਕੀਤਾ ਤੇ ਹਰ ਸਾਲ ਸਾਰੇ ਜਾਣਦੇ ਹੀ ਹਨ ਕਿ 4 ਤੋਂ 5 ਲੱਖ ਜਿਹੜਾ ਇਮੀਗ੍ਰੈਂਟ ਆ ਉਹ ਕੈਨੇਡਾ ਪਿਛਲੇ ਖਾਸ ਕਰਕੇ 2016 ਤੋਂ ਬਾਅਦ ਇਹ ਸੱਦਦਾ ਹੀ ਆ ਰਿਹਾ ਹੈ। ਤੇ ਨਾਲ ਹੀ ਨਾਲ ਮੇਰਾ ਇਹ ਕੁਐਸਚਨ ਹੈ ਕਿ ਸਭ ਤੋਂ ਔਖਾ ਕਿਹੜੇ ਦੇਸ਼ ਵਿੱਚ ਪੱਕੇ ਹੋਣਾ? ਗੁਰਜੀਤ ਸਿੰਘ ਜੀ, ਸਭ ਤੋਂ ਔਖਾ ਜਿਸ ਦੇਸ਼ ਦੇ ਵਿੱਚ ਪੱਕੇ ਹੋਣਾ ਹੈ ਉਹ ਦੇਸ਼ ਦੇ ਵਿੱਚ ਅਸੀਂ ਬੈਠੇ ਹੋਏ ਆ, ਜਿਹਨੂੰ ਕਹਿੰਦੇ ਆ ਜੀ ਯੂਨਾਈਟਿਡ ਸਟੇਟਸ ਆਫ ਅਮਰੀਕਾ ਜੀ। ਸੋ ਜਗਦੀਸ਼ ਸਿੰਘ ਜੀ, ਤੁਸੀਂ ਕਿਹਾ ਕਿ ਅਮਰੀਕਾ ਵਿੱਚ ਜਿੱਥੇ ਆਪਾਂ ਬੈਠੇ ਇੱਥੇ ਸਭ ਤੋਂ ਵੱਧ ਔਖਾ ਹੈ ਇਮੀਗ੍ਰੇਸ਼ਨ ਦਾ ਕੋਈ ਵੀ ਸਟੇਟਸ ਹਾਸਲ ਕਰਨਾ ਜੀ। ਜੇ ਹੁਣ ਵੇਖਿਆ ਜਾਵੇ ਤੇ ਜਿਹੜਾ ਤੁਸੀਂ ਦੱਸੋਗੇ ਸਟੂਡੈਂਟਸ, ਤੁਸੀਂ ਕਿਹਾ ਕੈਨੇਡਾ ਵਿੱਚ ਲਾਈਫ ਸੌਖੀ ਆ ਜੀ, ਇੱਥੇ ਕੀ ਹੈ ਸਟੂਡੈਂਟਸ ਦੇ ਲਈ ਜਾਂ ਵਰਕਰ ਜਿਹੜੇ ਇੱਥੇ ਆਉਂਦੇ ਨੇ ਉਹਨਾਂ ਵਾਸਤੇ ਇੱਥੇ ਕੀ ਆ? ਗੁਰਜੀਤ ਸਿੰਘ ਜੀ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਸਟੂਡੈਂਟ ਵਾਸਤੇ ਲਾਈਫ ਕੈਨੇਡਾ 'ਚ ਵੀ ਸੌਖੀ ਨਹੀਂ ਹੈਗੀ। ਹਾਲਾਂਕਿ ਸਟੂਡੈਂਟ ਵਾਸਤੇ ਕਿਸੇ ਵੀ ਵਿਦੇਸ਼ੀ ਧਰਤੀ ਤੇ ਜਾਣਾ ਉਹ ਸੌਖਾ ਨਹੀਂ ਹੈਗਾ। ਅਮਰੀਕਾ ਦੇ ਵਿੱਚ ਜਿਹੜਾ ਵਾ ਉਹ ਸਟੂਡੈਂਟਸ ਲਈ ਓਪਰਚੁਨਿਟੀ ਇਸ ਤਰ੍ਹਾਂ ਵਾ ਕਿ ਕੰਪੈਰੇਟਿਵਲੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, US ਦਾ ਵੀਜ਼ਾ ਲੈਣਾ ਜਿਹੜਾ ਵਾ ਉਹ ਥੋੜਾ ਜਿਹਾ ਟਫ ਹੁੰਦਾ ਵਾ। ਫਿਰ ਦੂਜੀ ਗੱਲ ਇਹ ਆ ਕਿ ਜਿਵੇਂ ਬਾਕੀ ਕੰਟਰੀਜ਼ ਦੇ ਵਿੱਚ ਆਪਸ਼ਨਸ ਹੁੰਦੀਆਂ ਨੇ, ਵਰਕ ਆਥੋਰਾਈਜੇਸ਼ਨ ਲੈ ਕੇ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਦੇ ਗੇਟਵੇ ਇੱਕ ਹੁੰਦਾ ਵਾ ਜਿਹਦੇ ਥਰੂ ਤੁਸੀਂ ਲੰਘ ਜਾਂਦੇ ਹੋ। ਬਟ ਯੂਨਾਈਟਿਡ ਸਟੇਟਸ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ ਨਹੀਂ ਹੈਗੀ। ਇੱਥੇ ਜਿਵੇਂ ਕਹਿ ਸਕਦੇ ਆ ਕਿ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਕਿ ਮਾਸਟਰਸ ਦੇ ਰਿਲੇਟਡ ਕੋਰਸਸ ਕੰਪਲੀਟ ਕਰਨ ਤੋਂ ਬਾਅਦ ਵੀ ਇੱਥੇ ਵਰਕ ਆਥੋਰਾਈਜੇਸ਼ਨ ਮਿਲਦੀਆਂ ਨੇ ਕੁਝ ਸਮੇਂ ਲਈ, ਪਰ ਉਹ ਤੁਹਾਨੂੰ ਲੀਡ ਕਰਦੀਆਂ ਨੇ ਅੱਗੇ ਐਜ਼ ਅ ਵਰਕਰ ਵਾਸਤੇ, ਜਿਵੇਂ ਜਿਹਨੂੰ ਅਸੀਂ ਕਹਿ ਦਿੰਦੇ ਆ H1B ਵੀਜ਼ਾ ਜੀ। ਠੀਕ ਹੈ ਹਾਂਜੀ। ਸੋ ਜਗਦੀਸ਼ ਜੀ, ਨਾਲ ਦੀ ਨਾਲ ਇੱਕ ਹੋਰ ਕੁਐਸਚਨ ਮੈਂ ਕਰਦਾ ਜਾਣਾ ਕਿ ਜਿਹੜੀਆਂ ਫੈਮਿਲੀਜ਼ ਨੇ ਜੀ ਆਪਣੇ, ਜਿੱਦਾਂ ਕੋਈ ਇੱਥੇ ਕੋਈ ਸਟੇਟਸ ਹਾਸਲ ਕਰਦਾ ਉਹ ਆਪਣੀ ਫੈਮਿਲੀ ਨੂੰ ਚਾਹੁੰਦਾ ਕਿ ਅਸੀਂ ਇਕੱਠੇ ਹੋਈਏ, ਉਹਨਾਂ ਦਾ ਕੀ ਸਿਸਟਮ ਹੈ? ਗੁਰਜੀਤ ਸਿੰਘ ਜੀ, ਸਭ ਤੋਂ ਲੰਬੀਆਂ ਕਤਾਰਾਂ ਤੇ ਇਸ ਟਾਈਮ ਤੇ ਫੈਮਲੀਜ਼ ਦੀਆਂ ਹੀ ਲੱਗੀਆਂ ਹੋਈਆਂ ਨੇ ਜੀ। ਜੇ ਅਸੀਂ ਇਮੀਗ੍ਰੇਸ਼ਨ ਦਾ ਰੈਕੋਰਡ ਦੇਖੀਏ ਜਿਹੜਾ ਆਲਰੇਡੀ ਇਸ ਟਾਈਮ ਜਿਹੜੀਆਂ ਵੇਟ ਟਾਈਮਸ ਨੇ ਉਹ ਆਲਰੇਡੀ ਮੈਸ ਅਪ ਹੋ ਚੁੱਕੇ ਨੇ ਆਫਟਰ ਕੋਵਿਡ। ਈਵਨ ਬਿਫੋਰ ਕੋਵਿਡ ਵੀ ਜੇ ਆਪਣੇ ਫੈਮਿਲੀ ਸਿਟੀਜ਼ਨ ਹੋਣ ਤੋਂ ਬਾਅਦ ਆਪਣੇ ਭੈਣ ਭਰਾਵਾਂ ਨੂੰ ਜਾਂ ਮੈਰਿਡ ਬੱਚਿਆਂ ਨੂੰ ਸਪਾਂਸਰ ਕਰਦੇ ਹੁੰਦੇ ਸੀ, ਜਿਹਦੇ ਵਿੱਚ 15 ਸਾਲ 16 ਸਾਲ ਦਾ ਸਮਾਂ ਲੱਗਿਆ ਕਰਦਾ ਸੀ। ਹੁਣ ਉਹੀ ਸਮਾਂ ਕੁਝ ਕਹਿ ਨਹੀਂ ਸਕਦੇ ਕਿ ਉਸ ਤੋਂ ਵੱਧ ਵੀ ਜਾ ਚੁੱਕਾ ਹੈ। ਇਸ ਕਰਕੇ ਜਿਹੜੀਆਂ ਫੈਮਲੀਜ਼ ਦੀ ਇਮੀਗ੍ਰੇਸ਼ਨ ਆ ਉਹਦੇ ਵਿੱਚ ਇੱਕ ਲੰਬੇ ਸਮੇਂ ਦੀ ਜਿਹੜੀ ਵੇਟ ਆ ਉਹ ਜ਼ਰੂਰ ਰਹਿੰਦੀ ਹੈ। ਸਰ ਤੁਸੀਂ ਕਹਿ ਰਹੇ ਕਿ ਕੋਵਿਡ ਤੋਂ ਪਹਿਲਾਂ 15 ਸਾਲ ਦਾ ਸਮਾਂ ਹੁਣ ਇਹ ਤੋਂ ਵੀ ਵੱਧ ਗਿਆ, ਇਹ ਤੋਂ ਵੀ ਵੱਧ ਚੁੱਕਾ ਹੋਇਆ ਇਸ ਟਾਈਮ ਦੇ ਉੱਪਰ। ਸੋ ਉਹ ਜਿਹੜੀਆਂ ਸੇਮ ਮੈਂ ਤੁਹਾਨੂੰ ਗੁਰਜੀਤ ਸਿੰਘ ਜੀ ਆਪਾਂ ਵਰਕਰ ਦੀ ਗੱਲ ਕੀਤੀ ਸੀ ਨਾ ਪਹਿਲੇ, ਹੁਣ H1B ਵੀਜ਼ਾ ਵੀ ਜਿਹੜਾ ਹੈਗਾ ਨਾ ਮੋਸਟਲੀ ਜਿਹੜੇ ਵਰਕਰਸ ਇੱਥੇ ਕੈਰੀ ਕਰ ਰਹੇ ਨੇ ਉਹਦੇ ਵਿੱਚ ਵੀ ਜਿਹੜੀ ਉਹਨਾਂ ਦੀ H1B ਦੀ ਕੈਟਾਗਰੀ ਹੈ ਉਹਦੇ ਵਿੱਚ ਵੀ ਹਰ ਸਾਲ ਇੱਕ ਸਪੈਸੀਫਿਕ ਨੰਬਰਸ ਹੁੰਦੇ ਨੇ ਕਿ ਅਮਰੀਕਨ ਗਵਰਨਮੈਂਟ ਫੋਰ ਐਗਜ਼ਾਮਪਲ 10,000 ਗ੍ਰੀਨ, ਇੱਕ ਐਗਜ਼ਾਮਪਲ ਦੇ ਤੌਰ ਤੇ ਅਸੀਂ ਨੰਬਰ ਸ਼ੇਅਰ ਕਰ ਰਹੇ ਹਾਂ ਇੱਕ ਐਕਸਪਲੇਨ ਕਰਨ ਵਾਸਤੇ ਸਿਚੁਏਸ਼ਨ ਨੂੰ। ਫੋਰ ਐਗਜ਼ਾਮਪਲ ਅਮਰੀਕਨ ਗਵਰਨਮੈਂਟ 10,000 ਗ੍ਰੀਨ ਕਾਰਡ ਇਸ਼ੂ ਕਰ ਰਹੀ ਹੈ ਇੱਕ ਸਾਲ ਦੇ ਵਿੱਚ, ਰਾਈਟ। ਉਹਨਾਂ ਨੇ ਕੈਟਾਗਰੀਜ਼ ਡਿਵਾਈਡ ਕੀਤੀਆਂ ਕਿ ਹਰ ਕੰਟਰੀ ਦੇ ਗ੍ਰੀਨ ਕਾਰਡਸ ਨੇ ਉਹ ਜਿਹੜੇ ਡਿਵਾਈਡ ਹੋਏ ਹੁੰਦੇ ਆ, 1000 ਇੰਡੀਆ ਦਾ, 1000 ਚਾਈਨਾ ਦਾ, 1000 ਫਲਾਣੀ ਕੰਟਰੀ ਦਾ। ਹੁਣ ਗੱਲ ਇਹ ਹੈ ਕਿ H1B ਵਰਕਰ ਜਿਹੜੇ ਨੇ ਸਭ ਨੂੰ ਭਲੀ ਭਾਂਤੀ ਪਤਾ ਕਿ ਜ਼ਿਆਦਾ ਜਿਹੜੀ ਮੈਜੋਰਿਟੀ ਆ ਉਹ ਇੰਡੀਆ ਤੋਂ ਹੀ ਹੈ, ਹਨਾ। ਜੇ ਇੰਡੀਆ ਨੂੰ ਮੰਨ ਲਓ 1000 ਗ੍ਰੀਨ ਕਾਰਡ ਦੇਣਾ, ਬੰਦਾ 10,000 ਵੇਟਿੰਗ ਦੇ ਵਿੱਚ ਆ ਤੇ ਹੁਣ 9,000 ਬੰਦਾ
ਕੀ ਕਰੇ, ਉਹ ਅਗਲੇ ਸਾਲ ਤੇ ਮੂਵ ਫਾਰਵਰਡ ਕਰ ਦਿੰਦੇ ਆ, ਅਗਲੇ ਸਾਲ ਤੱਕ ਜੇ ਹੋਰ ਵੀ ਐਡ ਹੋ ਜਾਂਦੇ ਆ ਉਹ ਵੀ ਫਿਰ ਵੇਟਿੰਗ ਲਿਸਟ 'ਚ ਚੱਲ ਜਾਂਦੇ ਆ। ਇਸ ਕਰਕੇ ਜਿਹੜੀ ਉਹਨਾਂ ਦੀ ਇਸ ਟਾਈਮ ਤੇ ਗ੍ਰੀਨ ਕਾਰਡ ਪ੍ਰਾਪਤੀ ਦੀ ਵੇਟਿੰਗ ਲਿਸਟ ਆ, ਉਹਦਾ ਤੇ ਕੋਈ ਸਮਾਂ ਹੀ ਨਹੀਂ ਇਸ ਟਾਈਮ ਤੇ ਕਹਿ ਸਕਦੇ ਕਿ ਉਹਨਾਂ ਨੂੰ 10 ਸਾਲ ਲੱਗਣਗੇ, 15 ਸਾਲ ਲੱਗਣਗੇ। ਇਹ ਤੇ ਰੱਬ ਹੀ ਜਾਣਦਾ ਤੇ ਜਾਂ ਅਮਰੀਕਾ ਦੀ ਸਰਕਾਰ ਕਿ ਉਹ ਵਿਚਾਰੇ ਕਦਨ ਪੱਕੇ ਕਰਨਗੇ। ਜੀ ਪ੍ਰਾਈਡ ਟਰੱਕ ਐਂਡ ਟ੍ਰੇਲਰ ਸੇਲ। ਜੇ ਤੁਸੀਂ ਵੀ ਸੋਚ ਰਹੇ ਹੋ ਨਵਾਂ ਪੁਰਾਣਾ ਟਰੱਕ ਐਂਡ ਟ੍ਰੇਲਰ ਲੈਣ ਬਾਰੇ ਤਾਂ ਦੇਰ ਨਾ ਕਰੋ, ਅੱਜ ਹੀ ਫਾਇਦਾ ਚੁੱਕੋ ਕੀਮਤਾਂ ਵਿੱਚ ਆਈਆਂ ਗਿਰਾਵਟਾਂ ਦਾ, ਤੇ ਨਾਲ ਦੀ ਨਾਲ ਇਹਨਾਂ ਕੋਲ ਤੁਸੀਂ ਫਿਊਲ ਕਾਰਡ ਵੀ ਲੈ ਸਕਦੇ ਹੋ, ਤੇ ਇਹ ਵਰਕ ਪਰਮਿਟ ਵਾਲਿਆਂ ਦਾ ਲੋਨ ਵੀ ਬੜੀ ਆਸਾਨੀ ਨਾਲ ਕਰ ਦਿੰਦੇ ਹਨ। ਤੇ ਅੱਜ ਹੀ ਸੰਪਰਕ ਕਰੋ ਪ੍ਰਾਈਡ ਟਰੱਕ ਸੇਲ, ਸਟਾਕਟਨ 2095546018 ਤੇ। ਸੋ ਜਗਦੀਸ਼ ਸਿੰਘ ਜੀ, ਆਪਾਂ ਗੱਲ ਕਰ ਲਈ ਹੈ ਸਟੂਡੈਂਟਸ ਬਾਰੇ, ਆਪਾਂ ਗੱਲ ਕਰ ਰਹੀ ਜਿਹੜੇ HB1 ਵਾਲੇ ਵਰਕਰ ਨੇ ਉਹਨਾਂ ਦੀ ਆਪਾਂ ਗੱਲ ਕਰ ਲਈਏ। ਹੁਣ ਆਪਾਂ ਜਿਹੜੀ ਜ਼ਿਆਦਾ ਤਾਦਾਦ ਵਿੱਚ ਜਿਹੜਾ ਆਪਣੇ ਇੰਡੀਆ ਤੋਂ ਲੋਕ ਆਉਂਦੇ ਨੇ ਪ੍ਰਵਾਸ ਕਰਕੇ, ਬਾਰਡਰ ਕ੍ਰੋਸ ਕਰਕੇ। ਜੀ ਬਾਰਡਰ ਕ੍ਰੋਸਿੰਗ ਵਾਸਤੇ ਹੁਣ ਤੱਕ ਜਿਹੜੇ ਬਾਰਡਰ ਕ੍ਰੋਸ ਕਰਕੇ ਲੋਕ ਨੇ ਉਹਨਾਂ ਨੂੰ ਮੇਰੇ ਖਿਆਲ ਵਿੱਚ ਸਭ ਤੋਂ ਵੱਧ ਇਹ ਚੱਕੀ ਵਿੱਚ ਪਿਸਣਾ ਪੈਂਦਾ ਹੈ ਇਮੀਗ੍ਰੇਸ਼ਨ ਦੇ, ਤਾਂ ਇੱਥੇ ਜੋ ਵੀ ਚੱਲਦਾ ਹੈ ਨਾ। ਤੇ ਇਹਨਾਂ ਵਾਸਤੇ ਤੁਸੀਂ ਦੱਸੋ ਕਿ ਲਾਸਟ ਟਾਈਮ ਕਦੋਂ ਕੀ ਹੋਇਆ ਬਾਰਡਰ ਕ੍ਰੋਸਿੰਗ ਵਾਲਿਆਂ ਵਾਸਤੇ, ਤੇ ਅੱਗੇ ਵੀ ਕੁਝ ਹੋ ਸਕਦਾ ਹੈ ਜਾਂ ਪਹਿਲਾਂ ਕੁਝ ਜੋ ਚੱਲ ਰਿਹਾ ਹੈ ਕਿ ਜਿਹੜੇ ਬਿੱਲ ਵਗੈਰਾ ਆਉਂਦੇ ਨੇ, ਕੀ ਇਹ ਸਭ ਕੀ ਹੋ ਰਿਹਾ ਹੈ? ਦੇਖੋ ਗੁਰਜੀਤ ਸਿੰਘ ਜੀ, ਸਭ ਤੋਂ ਪਹਿਲੀ ਗੱਲ ਤੇ ਇਹ ਆ ਕਿ ਬਾਰਡਰ ਕਰ ਦੇਣੇ ਚਾਹੀਦੇ ਆ ਬੰਦ, ਇਹ ਤੇ ਬਾਰਡਰ ਸੀਲ ਕਰ ਦੇਣੇ ਚਾਹੀਦੇ ਆ। ਜਿਹੜੇ ਬੰਦੇ ਬਾਰਡਰ ਟੱਪ ਰਹੇ ਆ ਇਹ ਬਾਰਡਰ ਟੱਪਣੇ ਨਹੀਂ ਚਾਹੀਦੇ, ਰਾਈਟ? ਕਿਉਂ? ਇਹਦਾ ਕਾਰਨ ਕੀ ਜੀ? ਕਾਰਨ ਇਹ ਆ ਕਿ ਇਹਨਾਂ ਲੋਕਾਂ ਨੂੰ ਤਾਂ ਯਾਰ ਸਿੱਧਾ ਵੀਜ਼ਾ ਦੇ ਕੇ ਸੱਦਣਾ ਚਾਹੀਦਾ, ਇਹਨਾਂ ਤੋਂ ਬਿਨਾ ਇਹ ਕੰਟਰੀ ਚੱਲ ਨਹੀਂ ਸਕਦੀ। ਜੇ ਅੱਜ ਬਾਰਡਰ ਬੰਦ ਹੋ ਜਾਣ ਅਮਰੀਕਾ ਦੇ, ਇਹ ਸਾਰੇ ਜਾਣਦੇ ਕਿ ਪਿਛਲੇ 2-3 ਸਾਲਾਂ ਦੇ ਵਿੱਚ ਜਿੰਨੇ ਲੋਕ ਜਿੰਨੀ ਇਮੀਗ੍ਰੇਸ਼ਨ ਇਹ ਬਾਰਡਰ ਦੇ ਥਰੂ ਹੋਈ ਆ, ਜੇ ਇਹ ਚੀਜ਼ ਇਹ ਕੈਟਾਗਰੀ ਇੱਥੋਂ ਉੱਡ ਜੇ। ਹੁਣ ਅਮਰੀਕਾ ਦੇ ਵਿੱਚ ਸਿਸਟਮ ਇਹ ਆ ਕਿ ਜਿਹੜੇ IT ਜੌਬ, ਵਾਈਟ ਕਾਲਰ ਜੌਬ ਕਰਨ ਵਾਸਤੇ ਬੰਦੇ ਜ਼ਿਆਦਾਤਰ ਇਹ H1B ਵੀਜ਼ਾ ਤੇ ਸੱਦੇ ਜਾਂਦੇ ਨੇ, ਸਟੂਡੈਂਟ ਸੱਦੇ ਜਾਂਦੇ ਨੇ, ਫੈਮਿਲੀ ਇਮੀਗ੍ਰੇਸ਼ਨ ਵੀ ਹੋ ਜਾਂਦੀਆਂ ਨੇ। ਹੁਣ ਜੇ ਗੱਲ ਕਰੀਏ ਲੇਬਰ ਦੀ, ਹਨਾ, ਹੁਣ ਲੇਬਰ ਕਿੱਥੋਂ ਆਵੇ ਪਹਿਲਾਂ, ਫਿਰ ਉਹ ਜਿਹੜੀ ਲੇਬਰ ਤੋਂ ਬਾਅਦ ਵੀ ਜਿਵੇਂ ਹਾਈ ਕਲਾਸ ਲੇਬਰ ਦੇ ਵਿੱਚ ਵੀ ਆ ਜਾਂਦੇ ਆ। ਚਾਹੇ ਅਸੀਂ ਕੋਈ ਵੀ ਕੰਮ ਹੈਗਾ ਅਮਰੀਕਾ ਦੇ ਵਿੱਚ, ਜੇ ਕਹਿ ਸਕਦੇ ਕਿ ਇਕਨੋਮੀ ਦਾ ਜੇ ਪਹੀਆ ਚੱਲਣ ਦਿਆ ਨਾ, ਉਹ ਇਹਨਾਂ ਲੋਕਾਂ ਕਰਕੇ ਹੀ ਚੱਲਣ ਦਿਆ ਵਾ, ਰਾਈਟ? ਇਹ ਬਹੁਤ ਇੰਪੋਰਟੈਂਟ ਰੋਲ ਜਿਹੜਾ ਵਾ ਇਹ ਲੋਕ ਪਲੇ ਕਰ ਰਹੇ ਨੇ। ਪਰ ਦੇਖੋ ਮਾੜੀ ਕਿਸਮਤ ਗੱਲ ਕਹਿ ਸਕਦੇ ਆ ਕਿ ਸਭ ਤੋਂ ਵੱਧ ਸਫਰ ਵੀ ਇਹਨਾਂ ਲੋਕਾਂ ਨੂੰ ਹੀ ਕਰਨਾ ਪੈਂਦਾ ਹੈ ਅਮਰੀਕਾ ਦੇ ਵਿੱਚ। ਉਹਦਾ ਕਾਰਨ ਇਹ ਹੈਗਾ ਕਿ ਗੁਰਜੀਤ ਸਿੰਘ ਜੀ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਆਖਰੀ ਵਾਰੀ ਕਦੋਂ ਅਨਡਾਕੂਮੈਂਟਡ ਇਮੀਗ੍ਰੈਂਟਸ ਜਿਹੜੇ ਸੀ ਉਹਨਾਂ ਨੂੰ ਇੱਕ ਸਹੂਲਤ ਦੇ ਕੇ ਪੱਕੇ ਕੀਤਾ ਗਿਆ ਸੀ। ਇਹ ਜੇ ਮੈਂ ਗਲਤ ਨਹੀਂ ਤੇ ਇਹ ਗੱਲ 1980 ਦੇ ਲਗਭਗ 80 ਤੋਂ 90 ਦੇ ਦਰਮਿਆਨ ਦੀ ਗੱਲ ਹੈ ਕਿ ਜਦੋਂ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਨੇ ਜ਼ਿਆਦਾਤਰ ਅਨਡਾਕੂਮੈਂਟ ਇਮੀਗ੍ਰੈਂਟ ਸੀ ਜਿਹੜੇ ਅਮਰੀਕਾ ਦੇ ਵਿੱਚ ਪਹੁੰਚੇ ਸੀ, ਉਹਨਾਂ ਨੂੰ ਸਾਰਿਆਂ ਨੂੰ ਹੀ ਪੱਕੇ ਕਰ ਦਿੱਤਾ ਸੀ। ਇਮੀਗ੍ਰੇਸ਼ਨ ਰਿਫਾਰਮ ਐਕਟ ਲਿਆਉਂਦੇ ਗਏ ਜਿਨ੍ਹਾਂ ਦੇ ਆਧਾਰ ਤੇ ਪੱਕੇ ਕਰ ਦਿੱਤਾ ਗਿਆ। ਇਹ ਅੱਜ ਤੋਂ ਕਿੰਨੇ ਚਿਰ ਪਹਿਲਾਂ ਦੀ ਗੱਲ ਹੈ? ਇਹ ਤਕਰੀਬਨ 1980 ਤੋਂ ਲੈ ਕੇ 1990 ਦੇ ਦਰਮਿਆਨ ਦੇ ਵਿੱਚ। ਹੁਣ ਗੱਲ ਕਰੀਏ ਉਸ ਤੋਂ ਬਾਅਦ ਬੜੀਆਂ ਸਰਕਾਰਾਂ ਬਦਲੀਆਂ, ਹਨਾ, ਚਾਹੇ ਡੈਮੋਕ੍ਰੈਟਸ ਆਏ, ਚਾਹੇ ਰਿਪਬਲਿਕਨ ਆਏ, ਚਾਹੇ ਓਬਾਮਾ ਆਇਆ, ਚਾਹੇ ਟਰੰਪ ਦੇ ਟਾਈਮ ਦੇ ਉੱਪਰ। ਖੈਰ ਟਰੰਪ ਦੇ ਟਾਈਮ ਤੇ ਤਾਂ ਬਹੁਤੀ ਗੱਲ ਨਹੀਂ ਹੋਈ, ਕੱਢਣ ਦੀ ਜ਼ਿਆਦਾ ਗੱਲ ਹੋਈ ਸੀ ਉਸ ਟਾਈਮ ਤੇ। ਇੱਥੇ ਮੈਂ ਤੁਹਾਨੂੰ ਰੋਕਦਾ ਇਹ ਗੱਲ ਕਰਾਂ ਕਿ ਜਦੋਂ ਜਿਹੜੇ ਆਪਾਂ ਕਿਸੇ ਪਾਰਟੀ ਦਾ ਨਾਂ ਲੈਣਾ, ਪਰ ਇੱਕ ਪਾਰਟੀ ਕਹਿ ਦਿੰਦੀ ਹੈ ਕਿ ਮੈਂ ਜਦੋਂ ਆਇਆ ਤਾਂ ਮੈਂ ਸਾਰੇ ਕੱਢ ਦੇਣੇ ਨੇ ਜੀ, ਇੱਕ ਪਾਰਟੀ ਕਹਿ ਦਿੰਦੀ ਹੈ ਕਿ ਅਸੀਂ ਜਦੋਂ ਆਏ ਅਸੀਂ ਸਾਰੇ ਪੱਕੇ ਕਰ ਦੇਣੇ। ਬਿਲਕੁਲ ਇਹ ਲੰਬੇ ਸਮੇਂ ਤੋਂ ਇਹ ਚੀਜ਼ ਚੱਲ ਰਹੀ। ਕੀ ਸਿਰਫ ਇਹ ਸਿਆਸੀ ਰੋਟੀਆਂ ਹੀ ਸਿੱਕੇ ਜਾ ਰਹੀਆਂ, ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੈਗਾ? ਗੁਰਜੀਤ ਸਿੰਘ ਜੀ, ਇੱਥੇ ਸਿਆਸੀ ਰੋਟੀਆਂ ਹੀ ਸਿੱਕੀਆਂ ਜਾ ਰਹੀਆਂ। ਮੈਂ ਤੁਹਾਨੂੰ ਇੱਥੇ ਕਰੈਕਟ ਕਰਨਾ ਚਾਹੁੰਦਾ, ਜਿਹੜੀ ਪਾਰਟੀ ਕਹਿੰਦੀ ਆ ਕਿ ਅਸੀਂ ਸਾਰੇ ਪੱਕੇ ਕਰ ਦਿੰਦੇ ਆ, ਹਨਾ, ਜ਼ਿਆਦਾਤਰ ਇਹ ਡੈਮੋਕ੍ਰੈਟਸ ਦੇ ਟਾਈਮ ਦੇ ਉੱਪਰ ਬੜੀ ਗੱਲ ਚੱਲੀ ਸੀ ਕਿ ਵਰਕ ਪਰਮਿਟ ਦੇ ਦਿੱਤੇ ਗਏ ਅਨਡਾਕੂਮੈਂਟਸ ਇਮੀਗ੍ਰੈਂਟ ਨੂੰ। ਕੀ ਤੁਸੀਂ ਜਾਣਦੇ ਹੋ ਕਿ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਹੀ ਉਹ 8 ਸਾਲਾਂ ਦੇ ਵਿੱਚ 2 ਮਿਲੀਅਨ ਤੋਂ ਵੱਧ ਲੋਕਾਂ ਨੂੰ ਡਿਪੋਰਟ ਕੀਤਾ ਗਿਆ ਅਮਰੀਕਾ ਦੇ ਵਿੱਚੋਂ। ਹਾਲਾਂਕਿ ਇੰਨਾ ਬੰਦਾ ਟਰੰਪ ਦੇ ਦੌਰਾਨ ਨਹੀਂ, ਜਿਹੜੀ ਉਹਦੀ 4 ਸਾਲ ਦੀ ਟਰਮ ਰਹੀ ਹੈ, ਕਿ ਉਹ ਨਹੀਂ ਸੀ ਹੋਇਆ। ਤੇ ਇਹ ਚੀਜ਼ਾਂ ਬੇਸਿਕਲੀ ਸਿਆਸੀ ਰੋਟੀਆਂ ਕਹਿ ਸਕਦੇ ਆ ਕਿ ਹਰ ਵਾਰੀ ਇਹ ਚੀਜ਼ ਦਾ ਇੱਕ ਲਾਰਾ ਜਿਹਾ ਲਾ ਦਿੱਤਾ ਜਾਂਦਾ ਕਿ ਬਈ ਅਸੀਂ ਇਮੀਗ੍ਰੇਸ਼ਨ ਦੇ ਵਿੱਚ ਇਹ ਚੀਜ਼ਾਂ ਦੇ ਬਦਲਾਅ ਜਿਹੜੇ ਆ ਲੈ ਕੇ ਆਵਾਂਗੇ, ਪਰ ਜਦ ਕਿ ਕਹਿ ਸਕਦੇ ਆ ਕਿ ਉਹ ਜਿਹੜੇ ਵਿਚਾਰੇ ਕੱਚੇ ਲੋਕ ਨੇ ਇੱਥੇ, ਉਹ ਹੱਥ ਤੇ ਹੱਥ ਧਰ ਕੇ ਉਹਨਾਂ ਵਿਚਾਰਿਆਂ ਨੂੰ ਬਹਿਣਾ ਪੈਂਦਾ ਤੇ ਇੱਕ ਸਬਰ ਆ ਜਿਹੜਾ ਉਹਨਾਂ ਨੂੰ ਇਹ ਚੀਜ਼ ਦਾ ਕਰਨਾ ਪੈਂਦਾ। ਜੀ ਜਗਦੀਸ਼ ਸਿੰਘ ਜੀ, ਮੈਂ ਦੇਖਿਆ ਕਿ ਆਪਣੇ ਕਈ ਆਪਣਾ ਜਿੱਦਾਂ ਹੁਣ ਆਪਾਂ ਸਾਰੇ ਪੰਜਾਬੀ ਪਰਿਵਾਰ ਤੋਂ ਰਿਲੇਸ਼ਨ ਜਿਹੜੇ ਨੇ ਪੰਜਾਬ ਵਿੱਚ ਨੇ ਜੀ, ਹੁਣ ਪ੍ਰਦੇਸ਼ਾਂ ਦੇ ਕਈ ਸੌਂਗ ਵਗੈਰਾ ਵੀ ਬਣਦੇ ਪ੍ਰਦੇਸ਼ਾਂ ਦੇ ਦੁੱਖ, ਤੇ ਵੇਖਣ ਵਾਲਾ ਲੱਗਦਾ ਜੀ ਸਾਰਾ ਕੁਝ ਇਹਦੇ ਕੋਲ ਹੈਗਾ, ਗੱਡੀਆਂ ਕੋਠੀਆਂ ਲਈ ਫਿਰਦੇ, ਇਹਨੂੰ ਕੋਲੇ ਦੁੱਖ ਨੇ ਜੀ। ਮੇਨ ਵੱਡਾ ਮੈਂ ਦੁੱਖ ਕਿ ਬੜੇ ਲੋਕ ਸਫਰ ਕਰਦੇ ਨੇ ਉਦੋਂ ਜਦੋਂ ਕਿਤੇ ਪੰਜਾਬ ਜਿੱਥੇ ਅਨਡਾਕੂਮੈਂਟ ਬੈਠੇ ਦੀ ਕਿਸੇ ਦੀ ਮਾਂ ਦੀ, ਕਿਸੇ ਦੇ ਪਿਓ ਦੀ ਮਗਰ ਡੈਥ ਹੋ ਜਾਂਦੀ ਜੀ। ਇਹ ਇੱਕ ਬੜਾ ਵੱਡਾ ਇੱਕ ਘਾਟਾ ਪੈਂਦਾ ਆ ਬੰਦੇ ਨੂੰ, ਉਹ ਨਾ ਚਾਹੁੰਦਾ ਹੋਇਆ ਵੀ, ਕਿਉਂਕਿ ਉਹਦੇ ਬੱਚੇ ਕਈ ਵਾਰੀ ਇੱਥੇ ਹੁੰਦੇ ਨੇ, ਬੱਚਿਆਂ ਦੇ ਕਰਕੇ ਆਪਣੇ ਮਾਂ ਪਿਓ ਨੂੰ ਵੀ ਨਹੀਂ ਮਿਲਣ ਜਾ ਸਕਦਾ, ਆਖਰੀ ਵਾਰੀ ਉਹਨਾਂ ਨੂੰ ਵੇਖ ਵੀ ਨਹੀਂ ਸਕਦਾ।
ਸੋ ਪ੍ਰਦੇਸ਼ਾਂ ਦੇ ਵਿੱਚ ਹੋਣਾ ਕਿਤੇ ਸਭ ਤੋਂ ਵੱਡਾ ਜਿਹੜਾ ਇਹ ਆ ਪ੍ਰਦੇਸ਼ੀਆਂ ਦਾ ਦੁੱਖ ਇਹੀ ਆ ਕਿ ਉਹ ਚਾਹੁੰਦਿਆਂ ਹੋਇਆਂ ਵੀ ਆਪਣੇ ਮਾਂ ਜਾਂ ਪਿਓ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਜਦੋਂ ਵੇਖਣਾ ਚਾਹੁੰਦੇ ਨੇ ਆਖਰੀ ਵਾਰੀ ਉਹਨੂੰ ਵੀ ਵੇਖ ਨਹੀਂ ਸਕਦੇ। ਇਹ ਬੜਾ ਵੱਡਾ ਘਾਟਾ ਆ ਤੇ ਆਪਾਂ ਪੂਰਾ ਨਹੀਂ ਕਰ ਸਕਦੇ। ਹੋਣਾ ਚਾਹੀਦਾ ਹੈ ਕਿ ਆਪਾਂ ਵੇਖੀਏ ਕਈ ਕੰਟਰੀਆਂ ਵਿੱਚ ਜਿਵੇਂ ਕੋਈ 5 ਸਾਲ ਜਾਂ 10 ਸਾਲ ਕਈ ਇਹੋ ਜਿਹੇ ਕਾਨੂੰਨ ਨੇ ਕਿ ਜੇ ਕੋਈ ਉੱਥੇ ਰਹਿਣਾ ਨਹੀਂ ਜਾਂ ਆਪਣੇ ਪ੍ਰੋਪਰ ਟੈਕਸ ਪੇ ਕਰਦਾ ਚੰਗੀ ਤਰ੍ਹਾਂ ਰਹਿ ਰਿਹਾ ਹੈ, ਉਹਦਾ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ ਤਾਂ ਉਹਨੂੰ ਪੇਪਰ ਵਗੈਰਾ ਮਿਲ ਜਾਂਦੇ ਨੇ ਕਈ ਕੰਟਰੀ। ਪਰ ਇੱਥੇ ਥੋੜਾ ਜਿਹੜਾ ਬਹੁਤ ਥੋੜਾ ਨਹੀਂ ਕਹਿ ਸਕਦੇ ਬਹੁਤ ਔਖਾ ਆ। ਤੇ ਮੈਂ ਇਹੋ ਜਿਹੇ ਵੀ ਮੈਂ ਦਰਦ ਵਿੱਚੋਂ ਲੰਘਿਆ ਆਇਆ ਵਾਂ ਇਹ ਚੀਜ਼ਾਂ ਤੋਂ। ਤੇ ਤਾਂ ਕਰਕੇ ਮੈਂ ਕਹਿੰਦਾ ਕਿ ਕਿਤੇ ਨਾ ਕਿਤੇ ਚਾਹੀਦਾ ਇਹ ਹੈ ਕਿ ਜੇ ਕੋਈ ਚੰਗੀ ਤਰ੍ਹਾਂ ਇੱਥੇ ਸਰਵਾਈਵ ਕਰ ਰਿਹਾ ਹੈ ਤਾਂ ਟੈਕਸ ਵਗੈਰਾ ਪੇ ਸਹੀ ਕਰ ਰਿਹਾ, ਤੁਹਾਡੀ ਕੰਟਰੀ ਦੇ ਰੂਲ ਫੋਲੋ ਕਰ ਰਿਹਾ ਵਾ, ਤੇ ਉਹਨੂੰ ਕਿਤੇ ਨਾ ਕਿਤੇ ਥੋੜੇ ਬੜੇ ਪੇਪਰ ਚਲੋ ਜਾਂ ਟਰੈਵਲ ਡਾਕੂਮੈਂਟ ਹੀ ਦੇ ਦਿੱਤੇ ਜਾਣੇ ਚਾਹੀਦੇ। ਰਾਈਟ, ਗੱਲ ਤੁਹਾਡੀ ਸਹੀ ਆ। ਇੱਕ ਚੀਜ਼ ਹੈਗੀ ਆ ਗੁਰਜੀਤ ਸਿੰਘ ਜੀ, ਜਿਹੜੀ ਅਮਰੀਕਾ ਫਾਈਨੈਂਸ਼ੀਅਲੀ ਵੈਲ ਸਟੇਬਲ ਕੰਟਰੀ ਆ। ਜੇ ਅਸੀਂ ਗੱਲ ਮਟੀਰੀਅਲਿਸਟਿਕ ਚੀਜ਼ਾਂ ਦੀ ਕਰੀਏ ਜਾਂ ਅਸੀਂ ਇੱਥੇ ਗੱਲ ਕਰੀਏ ਬਿਜ਼ਨਸ ਕੰਟਰੀ ਆ, ਲੈਂਡ ਆਫ ਓਪਰਚੁਨਿਟੀ ਕਿਹਾ ਜਾਂਦਾ ਅਮਰੀਕਾ ਨੂੰ। ਵੇਖੋ ਇਹ ਚੀਜ਼ ਨੂੰ ਪਾਉਣ ਵਾਸਤੇ ਕਈ ਜਿਹੜੇ ਵੀਰ ਅਸੀਂ ਰੀਸੈਂਟਲੀ ਐਪੀਸੋਡ ਵੀ ਕੀਤਾ ਕਿ ਕਿਵੇਂ ਜੰਗਲਾਂ ਪਨਾਮਾ ਦੇ ਜੰਗਲਾਂ ਚੋਂ ਲੰਘ ਕੇ ਆਪਣੀ ਜਾਨ ਤਲੀ ਤੇ ਧਰ ਕੇ ਵੀ ਇੱਕ ਹਿਸਾਬ ਦਾ ਇੱਥੇ ਪਹੁੰਚਣਾ ਚਾਹੁੰਦੇ ਹਨ, ਕਿਉਂਕਿ ਉਹਨਾਂ ਨੂੰ ਇੱਕ ਸੁਨਹਿਰਾ ਭਵਿੱਖ ਜਿਹੜਾ ਵਾ ਉਹ ਦਿਖਦਾ। ਜੀ ਬਿਲਕੁਲ। ਪਰ ਉਹਦੀ ਜਿਹੜੀ ਕੀਮਤ ਆ, ਵੇਖੋ ਜਿਹੜੀ ਚੀਜ਼ ਦੀ ਵੈਲਿਊ ਜ਼ਿਆਦਾ ਵੱਡੀ ਹੋਊਗੀ ਨਾ, ਉਹਦੀ ਕੀਮਤ ਵੀ ਸਾਨੂੰ ਉਨੀ ਵੱਡੀ ਹੀ ਪੇ ਕਰਨੀ ਪਏਗੀ। ਜੀ ਬਿਲਕੁਲ। ਸੋ ਇਹ ਚੀਜ਼ ਜ਼ਰੂਰੀ ਆ, ਕਿਉਂਕਿ ਵੇਖੋ ਜਿਵੇਂ ਤੁਸੀਂ ਗੱਲ ਕੀਤੀ ਕਿ ਕਈ ਕੰਟਰੀਜ਼ ਦੇ ਵਿੱਚ ਕੁਝ ਸਾਲ ਟੈਕਸ ਪੇ ਕਰਕੇ, ਕਿਉਂਕਿ ਇੰਗਲੈਂਡ ਵਰਗੀ ਕੰਟਰੀ ਦੇ ਵਿੱਚ ਵੀ ਜੇ ਕੁਝ ਸਮਾਂ 10-15 ਸਾਲ ਦੇ ਲਾਗੇ ਬੰਨੇ ਤੁਸੀਂ ਅਗਰ ਰਹਿੰਦੇ ਹੋ ਉੱਥੇ ਐਜ਼ ਅਨਡਾਕੂਮੈਂਟਡ, ਜੇ ਤੁਹਾਡੇ ਕੋਲ ਪ੍ਰੂਫ ਹੈਗੇ ਆ ਕਿ ਤੁਸੀਂ ਇੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ, ਫਿਰ ਵੀ ਕਿਤੇ ਨਾ ਕਿਤੇ ਸੰਭਾਵਨਾ ਇੱਕ ਹੈਗੀ ਆ, ਗਰੰਟੀ ਨਹੀਂ ਹੈ ਬਟ ਸੰਭਾਵਨਾ ਹੈਗੀ ਆ ਕਿ ਉਹ ਵੀ ਤੁਹਾਨੂੰ ਜਿਹੜੀ ਆ ਉਹ ਪਰਮਾਨੈਂਟ ਰੈਜ਼ੀਡੈਂਸੀ ਦੇ ਕੇ ਉਹ ਤੁਹਾਨੂੰ ਉੱਥੋਂ ਦੇ ਪੱਕੇ ਵਸਨੀਕ ਬਣਾ ਦਿੰਦੇ ਹਨ। ਪਰ ਅਮਰੀਕਾ ਦੇ ਵਿੱਚ ਇਲੀਗਲ ਤਰੀਕੇ ਨਾਲ ਜਾਂ ਅਨਡਾਕੂਮੈਂਟਡ ਬੰਦੇ ਦੀ ਜਾਂ ਉਹਦੀ ਫੈਮਿਲੀ ਦੀ ਉੱਥੇ ਸਿਚੁਏਸ਼ਨ ਇਸ ਤਰ੍ਹਾਂ ਵਾ ਕਿ ਉਹ ਇੱਕ ਸਿਟੀਜ਼ਨ, ਫੋਰ ਐਗਜ਼ਾਮਪਲ ਇੱਕ ਸਿੰਗਲ ਪਰਸਨ ਸਿਟੀਜ਼ਨ ਕੁੜੀ ਦੇ ਨਾਲ ਵੀ ਵਿਆਹ ਕਰਾ ਕੇ ਵੀ ਅਮਰੀਕਾ ਦੇ ਵਿੱਚ ਪੱਕਾ ਨਹੀਂ ਹੋ ਸਕਦਾ ਜੇ ਉਹਦੇ ਕੋਲ I-94 ਨਹੀਂ ਆ, ਲੀਗਲ ਐਂਟਰੀ ਦਾ ਪ੍ਰੂਫ ਨਹੀਂ ਆ, ਹਨਾ। ਉਹਨੂੰ ਫਿਰ ਵੀ ਇੱਕ ਵਾਰੀ ਕੰਟਰੀ ਤੋਂ ਵਾਪਸ ਛੱਡ ਕੇ, ਕੰਟਰੀ ਅਮਰੀਕਾ ਛੱਡ ਕੇ, ਆਪਣੇ ਕੰਮ ਧੰਦੇ ਛੱਡ ਕੇ ਵਾਪਸ ਮੁੜਨਾ ਪਏਗਾ, ਜਿਹਦੇ ਵਿੱਚ ਕਈਆਂ ਨੂੰ ਤੇ ਕਹਿ ਦਿੰਦੇ ਜੀ 15-20 ਦਿਨ, ਮਹੀਨੇ ਦੇ ਵਿੱਚ ਵੀਜ਼ਾ ਲੱਗ ਜਾਂਦਾ ਵਾ। ਤੇ ਕਈ ਸਾਡੇ ਵੇਖਣ ਦੇ ਵਿੱਚ ਐਸੇ ਵੀ ਕੇਸਿਸ ਆਏ ਆ ਜਿਨ੍ਹਾਂ ਨੂੰ ਕਈ ਸਾਲ ਵੀ ਜਿਹੜੀ ਆ ਉਹ ਇੰਡੀਆ 'ਚ ਰਹਿ ਕੇ ਤੇ ਵੇਟ ਕਰਨੀ ਜਿਹੜੀ ਆ ਉਹ ਪਈ ਹੈ ਜੀ। ਜੀ ਬਿਲਕੁਲ। ਸੋ ਬਹੁਤ ਵਧੀਆ ਜਾਣਕਾਰੀ ਦਿੱਤੀ ਜਗਦੀਸ਼ ਸਿੰਘ ਜੀ। ਪਰ ਆਪਾਂ ਜੇ ਦੇਖੀਏ ਹੁਣ ਸਮਾਂ ਖਤਮ ਹੋ ਰਿਹਾ ਐਪੀਸੋਡ ਦਾ, ਇਹਦਾ ਕੀ ਇਮੀਗ੍ਰੇਸ਼ਨ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਇਹਦਾ ਐਂਡ ਕੀ ਕਰ ਸਕਦੇ? ਵੇਖੋ ਗੁਰਜੀਤ ਸਿੰਘ ਜੀ, ਮੁੱਖ ਦੀ ਗੱਲ ਤੇ ਇਹ ਆ, ਇਹਦਾ ਕੰਕਲੂਜਨ ਤੇ ਇਹੀ ਕਹਿ ਸਕਦੇ, ਇਹਦਾ ਨਿਚੋੜ ਤੇ ਇਹੀ ਕੱਢ ਸਕਦੇ ਆ ਕਿ ਵੇਖੋ ਇਮੀਗ੍ਰੇਸ਼ਨ ਇੱਕ ਕੁਝ ਦੇਸ਼ ਐਸੇ ਨੇ ਕੈਨੇਡਾ ਵਰਗੇ ਜਿੱਥੇ ਹੋ ਸਕਦਾ ਕਿ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਛੇਤੀ ਵੀ ਮਿਲ ਜਾਵੇ। ਕੁਝ ਦੇਸ਼ ਨੇ ਅਮਰੀਕਾ ਵਰਗੇ ਜਿੱਥੇ ਕਈ ਸਾਲ ਵੀ ਲੰਘ ਜਾਂਦੇ ਨੇ। ਪਰ ਇੱਕ ਚੀਜ਼ ਜਾਣਕਾਰੀ ਲਈ ਜ਼ਰੂਰੀ ਆ ਕਿ ਵੇਖੋ ਜ਼ਰੂਰੀ ਨਹੀਂ ਕਿ ਜਿੱਥੇ ਪੱਕਾ ਸੌਖਾ ਹੋਣਾ ਵਾ ਉੱਥੋਂ ਮੁੜਨਾ ਵੀ ਸੌਖਾ ਹੋਊਗਾ, ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਆਉਣੇ ਤੇ ਅਸੀਂ ਆਪਣੀ ਮਰਜ਼ੀ ਦੇ ਨਾਲ ਆ ਪਰ ਜਾਣੇ ਅਸੀਂ ਇਹਨਾਂ ਦੀ ਮਰਜ਼ੀ ਦੇ ਨਾਲ ਆ। ਸੋ ਇਹ ਬੜਾ ਜ਼ਰੂਰੀ ਆ ਕਿ ਪੰਜਾਬ ਤੋਂ ਵੀ ਆਉਣ ਵਾਲੇ ਜਿਹੜੇ ਸਾਡੇ ਵੀਰ ਭਰਾ ਭੈਣਾਂ ਨੇ ਉਹ ਜੀ ਸਦਕੇ ਇੱਥੇ ਇਹਨਾਂ ਦੇਸ਼ਾਂ ਦੇ ਵਿੱਚ ਅਗਰ ਆਉਣਾ ਚਾਹੁੰਦੇ ਉਹ ਆਉਣ, ਪਰ ਇਹ ਚੀਜ਼ ਜ਼ਰੂਰ ਸੋਚ ਕੇ ਆਉਣ ਕਿ ਬਈ ਇੱਥੋਂ ਦੀ ਜਿਹੜੀ ਜੀਵਨ ਹੈ, ਇੱਥੋਂ ਦਾ ਜਿਹੜਾ ਜੀਵਨ ਆ ਤੇ ਇੱਥੋਂ ਦੀ ਜਿਹੜੀ ਜ਼ਿੰਦਗੀ ਆ ਨਾ, ਉਹ ਸਾਡੀ ਜਿਹੜੀ ਸੋਚ ਆ ਜਿਹੜੀ ਅਸੀਂ ਬਣਾਈ ਹੁੰਦੀ ਉਸ ਦੇਸ਼ ਦੇ ਪ੍ਰਤੀ ਉਹਦੇ ਤੋਂ ਬਿਲਕੁਲ ਉਲਟ ਆ। ਸੋ ਪ੍ਰੈਕਟੀਕਲੀ ਜਦੋਂ ਅਸੀਂ ਤੇ ਲਾਈਫ ਲਿਵ ਕਰਨਾ ਸ਼ੁਰੂ ਕਰਦੇ ਆ ਫਿਰ ਸਾਨੂੰ ਉਹ ਚੀਜ਼ਾਂ ਦੀ ਜਾਣਕਾਰੀ ਆ, ਦਿਨ ਬੋ ਦਿਨ ਸਾਡੇ ਜਾਣਕਾਰੀ 'ਚ ਉਹ ਚੀਜ਼ਾਂ ਦਾ ਵਾਧਾ ਹੁੰਦਾ। ਸੋ ਉਹ ਚੀਜ਼ਾਂ ਦਾ ਪਹਿਲਾਂ ਹੀ ਤੁਸੀਂ ਪ੍ਰੀ ਪਲੈਨਿੰਗ ਕਰਕੇ ਜਿਹੜੀਆਂ ਨੇ ਨਾ ਉਹ ਚੀਜ਼ਾਂ ਉਹ ਫਿਰ ਤੁਸੀਂ ਇਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਜ਼ਰੂਰ ਆਓ, ਪਰ ਕੋਸ਼ਿਸ਼ ਕਰੋ ਕਿ ਲੀਗਲ ਤਰੀਕੇ ਨਾਲ ਜਿਹੜਾ ਵਾ ਉਹ ਇਹਨਾਂ ਦੇਸ਼ਾਂ ਦੇ ਵਿੱਚ ਐਂਟਰ ਕਰੋ, ਜਿਹਦੇ ਨਾਲ ਤੁਹਾਡੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹ ਘਟ ਸਕਣ। ਜੀ ਬਿਲਕੁਲ ਜਗਦੀਸ਼ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਤੇ ਜੂਮ ਪੰਜਾਬੀ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ। ਤੇ ਜਰੂਰ ਸਾਡਾ ਚੈਨਲ YouTube ਤੇ ਸਬਸਕ੍ਰਾਈਬ ਕਰਿਓ, Facebook ਤੇ ਲਾਈਕ ਕਰਿਓ, Instagram ਤੇ ਸਾਡਾ ਪੇਜ ਜਰੂਰ ਲਾਈਕ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ।